ਧੰਨ ਵਾਹਿਗੁਰੂ ਜੀਓ। ਜੋ ਤੁਮ ਮੋਕਉ ਦੂਰ ਕਰਤ ਹੋ, ਤੋ ਤੁਮ ਮੁਕਤ ਬਤਾਵਹੁ। ਏਕ ਅਨੇਕ ਹੋਇ ਰਹਿਓ ਸਗਲ ਮਹਿ, ਅਬ ਕੈਸੇ ਪਰਮਾਵਹੁ। ਰਾਮ ਮੋਹ ਕਉ ਤਾਰ ਕਹਾਂ ਲੈ ਜਈ ਹੈ, ਸੋਧੋਂ ਮੁਕਤ ਕਹਾਂ ਦਿਓ ਕੈਸੀ। ਕਰ ਪ੍ਰਸਾਦ ਮੋਹਿ ਪਾਈ ਹੈ ਰਹਾਉ। ਤਾਰਨ ਤਰਨ ਤਬੈ ਲਗ ਕਹੀਐ, ਜਬ ਲਗ ਤਤ ਨ ਜਾਣਿਆ। ਅਬ ਤੋ ਬਿਮਲ ਪਏ ਘਟ ਹੀ ਮਹਿ, ਕਹਿ ਕਬੀਰ ਮਨ ਮਾਨਿਆ। ਤਾਰਨ ਤਰਨ ਤਬੈ ਲਗ ਕਹੀਐ, ਜਬ ਲਗ ਤਤ ਨ ਜਾਣਿਆ। ਅਬ ਤੋ ਬਿਮਲ ਪਏ ਘਟ ਹੀ ਮਹਿ, ਕਹਿ ਕਬੀਰ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੇ ਦਰਬਾਰ ਵਿੱਚ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਆਪਣੀ ਮੁਬਾਰਕ ਚਰਨ ਸ਼ਰਨ ਵਿੱਚ ਸੱਜ ਬੈਠਣ ਦਾ ਇਹ ਉੱਤਮ ਸਮਾਂ ਆਪਾਂ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਬੜੇ ਅਦਬ ਸਤਿਕਾਰ ਸਹਿਤ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚੋਂ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜੋ ਕਿ ਰਾਗ ਮਾਰੂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1104 ਉੱਪਰ ਸੁਭਾਈਮਾਨ ਹੈ, ਆਪ ਜੀ ਨੇ ਪਾਠ ਦੇ ਰੂਪ ਵਿੱਚ ਹੁਣੇ ਹੀ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਜੀਵਨ ਮੁਕਤੀ ਦਾ ਵਿਚਾਰ ਪੇਸ਼ ਕਰਦੀ ਹੈ। ਭਾਰਤੀ ਪਰੰਪਰਾ ਦੇ ਵਿੱਚ ਮੁਕਤੀ ਦਾ ਕਨਸੈਪਟ ਹੈ, ਔਰ ਇਹ ਮੁਕਤੀ ਮਰਨ ਤੋਂ ਬਾਅਦ ਜੀਵਨ ਨੂੰ ਹਾਸਲ ਕਰਨ ਲਈ ਇੱਕ ਯਤਨ ਕਰਨਾ ਪੈਂਦਾ ਹੈ ਕਿ ਉਹ ਸ਼ਾਸਤਰਾਂ ਦੇ ਦੱਸੇ ਹੋਏ ਕਰਮ ਕਰੇ, ਜਾਂ ਜਦੋਂ ਕੋਈ ਪ੍ਰਾਣੀ ਇਸ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ, ਉਹਦੀ ਮੁਕਤੀ ਵਾਸਤੇ ਇੱਕ ਖਾਸ ਕਿਸਮ ਦੀ ਪੂਜਾ ਕਿਰਿਆ ਕੀਤੀ ਜਾਏ ਤਾਂ ਉਹ ਮੁਕਤ ਮੰਨਿਆ ਜਾਂਦਾ ਹੈ। ਭਾਵ ਮਰਨ ਤੋਂ ਬਾਅਦ ਮੁਕਤੀ ਦਾ ਕਨਸੈਪਟ ਹੈ, ਵਿਚਾਰ ਹੈ ਬੜਾ ਪ੍ਰਬਲ, ਜਿਸ ਨੂੰ ਬਹੁਤਾਤ ਭਾਰਤੀ ਲੋਕ ਮੰਨਦੇ ਹਨ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਭਗਤ ਨਾਮਦੇਵ ਸਾਹਿਬ ਜੀ ਦਾ ਇਹ ਮੁਬਾਰਕ ਬਚਨ ਸਾਡੇ ਸਨਮੁਖ ਹੁੰਦਾ ਹੈ
ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਹੇ ਮੇਰੇ ਪਰਮੇਸ਼ਰ ਵਾਹਿਗੁਰੂ, ਜਿਸ ਮੁਕਤੀ ਦੀ ਗੱਲ ਦੁਨੀਆਦਾਰ ਲੋਕ ਕਰਦੇ ਹਨ, ਅਗਰ ਮੇਰੇ ਮਰਨ ਤੋਂ ਬਾਅਦ ਤੁਸਾਂ ਮੈਨੂੰ ਅਜਿਹੀ ਮੁਕਤੀ ਬਖਸ਼ਣੀ ਹੈ, ਇਸ ਮੁਕਤੀ ਨੂੰ ਕੌਣ ਜਾਣਦਾ ਹੈ? ਭਾਵ ਇਸ ਦਾ ਮੇਰੇ ਜੀਵਨ ਵਿੱਚ ਕੀ ਅਰਥ ਹੈ? ਇਹ ਤਾਂ ਮੇਰੇ ਵਰਤੋਂ ਯੋਗ ਹੀ ਨਹੀਂ, ਇਹ ਤਾਂ ਮੇਰੇ ਕੰਮ ਆਉਣ ਵਾਲੀ ਨਹੀਂ। ਜਦੋਂ ਕਿ ਜੰਜਾਲ ਮੇਰੇ ਜੀਵਨ ਨੂੰ ਹੁਣ ਹਨ, ਉਲਝਣਾ ਹੁਣ ਹਨ, ਬੰਧਨ ਹੁਣ ਹਨ, ਕੀ ਮੈਨੂੰ ਇਸ ਜੀਵਨ ਦੇ ਪਰਯੰਤ ਮੁਕਤੀ ਦੀ ਉਡੀਕ ਕਰਨੀ ਚਾਹੀਦੀ ਹੈ? ਕਿ ਜਿਹੜੇ ਬੰਧਨ ਮੈਨੂੰ ਹੁਣ ਆਪਣਾ ਗੁਲਾਮ ਬਣਾਈ ਬੈਠੇ ਹਨ, ਇਹ ਬੰਧਨ ਇਸੇ ਤਰ੍ਹਾਂ ਰਹਿਣਗੇ? ਜੀਵਨ ਵਰਗੀ ਅਮੋਲਕ ਵਸਤੂ, ਜੀਵਨ ਦਾ ਇਹ ਕੀਮਤੀ ਸਮਾਂ, ਜਿਸ ਨੂੰ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੈ ਬਾਰ, ਵੀ ਇਹ ਦੁਬਾਰਾ ਹਾਸਲ ਨਹੀਂ ਹੁੰਦਾ। ਔਰ ਜਿਹੜੀ ਬੰਧਨ, ਜਿਹੜੇ ਸੰਗਲ ਔਗਣਾਂ ਦੇ, ਵਾਸ਼ਨਾਵਾਂ ਦੇ, ਸੰਸਕਾਰਾਂ ਦੇ ਹੁਣ ਪਏ ਹੋਏ ਹਨ, ਇੰਨਾ ਕੀਮਤੀ ਜੀਵਨ ਗੁਜ਼ਰ ਜਾਣ ਤੋਂ ਬਾਅਦ ਉਸ ਮੁਕਤੀ ਦਾ ਕੀ ਅਰਥ ਰਹੇਗਾ? ਉਹ ਮੇਰੇ ਕਿਸ ਲੇਖੇ ਵਿੱਚ, ਕਿਸ ਕੰਮ ਵਿੱਚ ਆਏਗੀ? ਯਥਾ ਆਪਾਂ ਸਾਹਿਬ ਜੀ ਦੀ ਮੁਬਾਰਕ ਬਾਣੀ ਨੂੰ ਵੀ ਪੜ੍ਹਦੇ ਹਾਂ, ਰਾਜ ਨਾ ਚਾਹੋ ਮੁਕਤ ਨ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਕੁਝ ਉਦਾਹਰਨਾਂ ਦਿੰਦਾ ਹਾਂ। ਕਾਂਸ਼ੀ ਵਿੱਚ ਇੱਕ ਆਰਾ ਲੱਗਿਆ, ਆਰੇ ਨੂੰ ਕਰਵੱਤ ਕਹਿੰਦੇ ਨੇ। ਇਹ ਇਸ ਕਾਰਨ ਲਾਇਆ ਗਿਆ ਸੀ ਪੁਜਾਰੀਆਂ ਵੱਲੋਂ ਵੀ ਜਿਹੜਾ ਵੀ ਮੁਕਤ ਹੋਣਾ ਚਾਹੁੰਦਾ ਹੈ, ਉਹ ਚਾਹੁੰਦਾ ਹੈ ਵੀ ਮੈਂ ਜੀਂਦੇ ਜੀ ਹੀ ਕਾਂਸ਼ੀ ਵਿੱਚ ਆਵਾਂ ਤੇ ਮੇਰੀ ਜ਼ਿੰਦਗੀ ਦੁੱਭਰ ਹੈ, ਦੁੱਖਾਂ ਨਾਲ ਭਰੀ ਹੋਈ ਹੈ, ਮੈਨੂੰ ਆਪਣਾ ਜੀਵਨ ਬੋਝ ਲੱਗਦਾ ਹੈ, ਮੈਂ ਇਸ ਜੀਵਨ ਤੋਂ ਵੀ ਛੁਟਕਾਰਾ ਪਾਉਣਾ ਚਾਹੁੰਦਾ ਔਰ ਚਾਹੁੰਦਾ ਹਾਂ ਕਿ ਕਾਂਸ਼ੀ ਵਰਗੀ ਧਰਤੀ ਦੇ ਉੱਤੇ ਹੀ ਮੇਰੇ ਪ੍ਰਾਣ ਨਿਕਲਣ, ਕਿਉਂਕਿ ਇੱਥੇ ਮਰੇ ਹੋਏ ਨੂੰ ਮੁਕਤੀ ਮਿਲਦੀ ਹੈ। ਤਾਂ ਉਸ ਦੇ ਲਈ ਇਹ ਪ੍ਰਬੰਧ ਕਰ ਦਿੱਤਾ ਗਿਆ ਕਿ ਉਹ ਆਰੇ ਦੇ ਨਾਲ, ਕਰਵੱਤ ਨਾਲ ਆਪਣੇ ਆਪ ਨੂੰ ਚਿਰਵਾ ਲਏ, ਜਾਨੀ ਸਵੈ ਇੱਛਾ ਦੇ ਅਨੁਸਾਰ ਆਪਣੇ ਪ੍ਰਾਣ ਤਿਆਗ ਦੇਵੇ। ਇਸ ਨੂੰ ਅਸੀਂ ਆਮ ਸਮਾਜਿਕ ਦੁਨੀਆਦਾਰੀ ਬੋਲੀ ਦੇ ਵਿੱਚ ਆਤਮ ਹੱਤਿਆ ਕਹਿੰਦੇ ਹਾਂ, ਸੁਇਸਾਈਡ ਕਹਿੰਦੇ ਹਾਂ। ਸਵੈ ਇੱਛਾ ਦੇ ਨਾਲ ਆਪਣੇ ਪ੍ਰਾਣ ਇਹ ਸਾਰੇ ਦੇ ਨਾਲ ਚਿਰਵਾ ਲਏ, ਉਹ ਕਾਂਸ਼ੀ ਵਿੱਚ ਮਰੇਗਾ ਔਰ ਮੁਕਤ ਹੋ ਜਾਏਗਾ। ਫਿਰ ਹੋਰ ਬਹੁਤ ਸਾਰੇ ਤਰੀਕੇ ਸਨ ਮੁਕਤੀ ਦੇ ਲਈ। ਲੰਬੀਆਂ ਪੂਜਾ ਅਰਚਨਾ ਸਨ, ਮੰਤਰ ਜਾਪ ਸਨ। ਕਿਸੇ ਮਨੁੱਖ ਦਾ ਪਵਿੱਤਰ ਧਰਤੀ 'ਤੇ ਆ ਕੇ ਆਪਣਾ ਸਰੀਰ ਤਿਆਗਣਾ, ਜਾਂ ਉਹਦਾ ਦਾਹ ਸੰਸਕਾਰ ਕਰਨਾ, ਜਾਂ ਫਿਰ ਉਸ ਦੇ ਅਸਥ ਵਾਹੁਣੇ, ਇਹ ਸਾਰਾ ਕੁਝ ਇੱਕ ਲੰਬਾ ਚੌੜਾ ਪ੍ਰੋਸੈਸ ਹੈ। ਇਹ ਸਾਰੀਆਂ ਆਪਸ਼ਨਾਂ ਨੇ। ਸਾਹਿਬ ਸਤਿਗੁਰੂ ਦੀ ਮੁਬਾਰਕ ਬਾਣੀ ਨੇ ਜੀਵਨ ਮੁਕਤੀ ਦੀ ਗੱਲ ਕਹੀ। ਜੀਵਨ ਮੁਕਤੀ ਦਾ ਅਰਥ ਕੀ ਹੈ? ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ ਸਾਨੂੰ ਜਾਣਨਾ ਪਵੇਗਾ ਕਿ ਅਸੀਂ ਮੁਕਤ ਕਿਹੜੀ ਚੀਜ਼ ਨੂੰ, ਕਿਹੜੇ ਬੰਧਨਾਂ ਤੋਂ ਕਰਨਾ ਹੈ। ਕੀ ਅਸੀਂ ਆਤਮਾ ਨੂੰ ਸਰੀਰ ਤੋਂ ਮੁਕਤ ਕਰਨਾ ਲੋਚਦੇ ਹਾਂ? ਉਹ ਤਾਂ ਹਰ ਇੱਕ ਦਾ ਹੀ ਹੋਏਗਾ। ਜਦੋਂ ਸਰੀਰ 'ਚੋਂ ਪ੍ਰਾਣ ਨਿਕਲ ਜਾਂਦੇ ਨੇ ਤਾਂ ਉਸ ਘਟਨਾ ਨੂੰ ਇਹ ਮੰਨਿਆ ਜਾਂਦਾ ਹੈ ਵੀ ਆਤਮਾ ਦਾ ਸਰੀਰ ਨਾਲੋਂ ਵਿਛੋੜਾ ਪੈ ਗਿਆ, ਇੱਕ ਬੋਲੀ ਹੈ। ਤਾਂ ਉਹਦੇ ਵਾਸਤੇ ਤਾਂ ਕਿਸੇ ਵੀ ਧਰਮ ਕਰਮ ਦੀ ਜ਼ਰੂਰਤ ਨਹੀਂ ਪੈਣੀ। ਤੁਸੀਂ ਜਿਹੋ ਵੀ ਹੋ, ਆਖਰ ਜਦੋਂ ਅੰਤਮ ਸਮਾਂ ਆਉਂਦਾ ਹੈ ਤੇ ਸਰੀਰ 'ਚੋਂ ਪ੍ਰਾਣ ਹਰ ਇੱਕ ਦੇ ਨਿਕਲਣੇ ਹੁੰਦੇ। ਕੀ ਸਾਡਾ ਆਤਮਾ ਇਸ ਸਰੀਰ ਦੇ ਬੰਧਨ ਵਿੱਚ ਹੈ? ਜੇ ਬੰਧਨ ਹੈ ਇਹ ਸਰੀਰ, ਤਾਂ ਫਿਰ ਤਾਂ ਇਹ ਸਜ਼ਾ ਹੋਈ, ਕੈਦ ਹੋਈ। ਕੀ ਇਸ ਜੀਵਨ ਨੂੰ ਗੁਰੂ ਸਾਹਿਬ ਦੀ ਬਾਣੀ ਨੇ ਜਾਂ ਮਹਾਨ ਪੁਰਖਾਂ ਨੇ ਕੋਈ ਕੈਦ ਮੰਨਿਆ, ਕੋਈ ਸਜ਼ਾ ਮੰਨਿਆ? ਇਹਨੂੰ ਤਾਂ ਦੁਰਲੱਭ ਕਿਹਾ, ਹੀਰੇ ਜੈਸਾ ਜਨਮ ਕਿਹਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬੰਧਨ ਦੀ ਗੱਲ ਕੀਤੀ। ਜੀ ਕਾ ਬੰਧਨ ਕਰਮ ਵਿਆਪੈ। ਕਹਿੰਦੇ ਬੰਧਨ ਹੈ ਸਾਡੀ ਜਿੰਦ ਨੂੰ, ਜੀ ਨੂੰ,
ਸੁਰਤ ਨੂੰ, ਮਨ ਨੂੰ, ਆਤਮਾ ਨੂੰ। ਤੇ ਉਹ ਬੰਧਨ ਕੀ ਹੈ? ਕਰਮ, ਕੀਤੇ ਹੋਏ ਕਰਮਾਂ ਦੇ ਸੰਸਕਾਰ ਜਿਹਦੇ ਵਿੱਚ ਅਸੀਂ ਬੱਝੇ ਹੋਏ ਹਾਂ। ਜਿਵੇਂ ਫਿਜ਼ੀਕਲੀ ਸਰੀਰ ਨੂੰ ਕਿਸੇ ਸੰਗਲ ਨਾਲ, ਰੱਸੀ, ਕਿਸੇ ਵੀ ਚੀਜ਼ ਨਾਲ ਬੰਨ੍ਹ ਲਈਏ ਤਾਂ ਉਹ ਆਜ਼ਾਦੀ ਨਾਲ ਆਪਣੇ ਸਰੀਰ ਦੀ ਮਨੁੱਖ ਵਰਤੋਂ ਨਹੀਂ ਕਰ ਸਕਦਾ, ਪੈਰਾਂ ਨਾਲ ਤੁਰ ਨਹੀਂ ਸਕਦਾ, ਹੱਥ ਹਿਲਾ ਨਹੀਂ ਸਕਦਾ, ਅੱਖਾਂ 'ਤੇ ਕਈ ਵਾਰ ਪੱਟੀ ਬੰਨ੍ਹ ਦਿੱਤੀ ਜਾਏ ਤਾਂ ਉਹ ਵੇਖ ਨਹੀਂ ਸਕਦਾ। ਯਾਨੀ ਆਪਣੇ ਸਰੀਰ ਦੀ ਆਜ਼ਾਦੀ ਨਾਲ ਵਰਤੋਂ ਨਾ ਕਰ ਸਕਣੀ, ਉਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਬੰਦੇ ਨੂੰ ਬੇੜੀਆਂ ਪਾ ਦਿੱਤੀਆਂ ਗਈਆਂ ਨੇ, ਇਹਨੂੰ ਜੇਲ੍ਹ 'ਚ ਸੁੱਟ ਦਿੱਤਾ ਗਿਆ ਹੈ, ਇਹਨੂੰ ਕੈਦ ਕਰ ਦਿੱਤਾ ਗਿਆ ਹੈ, ਉਹਦੀ ਆਜ਼ਾਦੀ ਖੋਹ ਲਈਏ। ਵੀ ਉਹ ਆਪਣੀ ਮਰਜ਼ੀ ਨਾਲ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ, ਵੇਖ ਨਹੀਂ ਸਕਦਾ, ਤੁਰ ਨਹੀਂ ਸਕਦਾ, ਜਾ ਨਹੀਂ ਸਕਦਾ, ਆਪਣੇ ਜੀਵਨ ਨੂੰ ਜਿਹੜੇ ਕੁਦਰਤੀ ਹੱਕ ਮਿਲੇ ਨੇ ਉਹਨਾਂ ਮੁਤਾਬਕ ਬਤੀਤ ਨਹੀਂ ਕਰ ਸਕਦਾ। ਇਹਨੂੰ ਆਪਾਂ ਕਹਿੰਦੇ ਕੈਦ, ਬੰਧਨ, ਸਜ਼ਾ। ਮਹਾਰਾਜ ਨੇ ਕਿਹਾ ਇਸੇ ਤਰ੍ਹਾਂ ਜਿਹੜੇ ਅਸੀਂ ਮੰਦੇ ਅਮਲ ਕਰਦੇ, ਜਿਹੜੇ ਸਾਡੇ ਫੁਰਨੇ ਨੇ ਉਹ ਸਾਡਾ ਸੁਭਾਅ ਬਣਦੇ ਨੇ, ਸੁਭਾਵ ਤੋਂ ਸਾਡੇ ਸੰਸਕਾਰ ਬਣਦੇ ਨੇ, ਉਹ ਕਰਮਾਂ ਦੇ ਜਿਹੜੇ ਬੰਧਨ ਨੇ, ਮੰਦੇ ਅਮਲਾਂ ਨੂੰ ਕਮਾ ਕਮਾ ਕੇ, ਪ੍ਰੈਕਟਿਸ ਕਰਕੇ, ਅਭਿਆਸ ਕਰ ਕਰਕੇ, ਉਸ ਵਿੱਚ ਜਦੋਂ ਅਸੀਂ ਪੂਰੀ ਤਰ੍ਹਾਂ ਜਕੜੇ ਜਾਂਦੇ ਹਾਂ, ਉਹਦੇ ਤੋਂ ਬਾਹਰ ਅਸੀਂ ਵੇਖਦੇ ਨਹੀਂ, ਉਹਦੇ ਤੋਂ ਬਾਹਰ ਅਸੀਂ ਜੀਵਨ ਨੂੰ ਮਾਣਦੇ ਨਹੀਂ, ਜਿਉਂਦੇ ਨਹੀਂ, ਅਸੀਂ ਉਹਨਾਂ ਆਦਤਾਂ ਦੇ ਗੁਲਾਮ ਹੋ ਜਾਂਦੇ ਹਾਂ, ਮਾੜੀਆਂ ਆਦਤਾਂ ਦੇ। ਉਹ ਬੰਧਨ ਹੈ। ਆਪਾਂ ਵੇਖਿਆ ਜਿਹੜੇ ਰੁੱਖ ਨੇ, ਦਰਖਤ ਨੇ, ਉਹਨਾਂ ਦੇ ਉੱਤੇ ਇੱਕ ਪੀਲੇ ਰੰਗ ਦੀ ਵੇਲ ਛਾ ਜਾਂਦੀ, ਉਹਨੂੰ ਅਮਰ ਵੇਲ ਕਹਿੰਦੇ ਸਨ। ਸਾਰੇ ਰੁੱਖ ਨੂੰ ਉਹ ਢੱਕ ਲੈਂਦੀ ਤੇ ਰੁੱਖ ਕਈ ਵਾਰ ਬੌਣੇ ਰਹਿ ਜਾਂਦੇ, ਛੋਟੇ ਰਹਿ ਜਾਂਦੇ, ਕਿਉਂਕਿ ਉਹ ਜਿਹੜੀ ਵੇਲ ਸੀ ਪੀਲੇ ਜਿਹੇ ਰੰਗ ਦੀ, ਧਾਗਿਆਂ ਵਰਗੀ, ਉਹਨੂੰ ਕੋਈ ਪਤਾ ਨਹੀਂ ਲੱਗਦਾ। ਉਹ ਸਾਰੇ ਰੁੱਖ ਦੇ ਉੱਤੇ ਇਸ ਤਰ੍ਹਾਂ ਆਪਣੇ ਆਪ ਨੂੰ ਫੈਲਾ ਲੈਂਦੀ ਹੈ ਤੇ ਸਾਰਾ ਰੁੱਖ ਉਹਦੇ ਨਾਲ ਕੱਜਿਆ ਜਾਂਦਾ, ਢੱਕਿਆ ਜਾਂਦਾ ਹੈ। ਤੇ ਜੇ ਰੁੱਖ ਛੋਟਾ ਹੋਵੇ ਤੇ ਉਹਦਾ ਕੱਦ ਵੱਧਦਾ ਨਹੀਂ, ਉਹ ਉੱਥੇ ਕੀ ਬੌਣਾ ਜਿਹਾ ਬਣ ਕੇ ਰਹਿ ਜਾਂਦਾ ਹੈ। ਕੁਦਰਤੀ ਤੌਰ ਦੇ ਉੱਤੇ ਉਸ ਰੁੱਖ ਦੀ ਨਾ ਹਾਈਟ ਵੱਧਦੀ ਹੈ, ਨਾ ਕੱਦ ਵੱਧਦਾ ਹੈ, ਤੇ ਨਾ ਉਹ ਮੌਲਦਾ ਤੇ ਖਿੜਦਾ ਹੈ। ਸਾਰਾ ਉਹਨੇ ਉਸ ਰੁੱਖ ਨੂੰ ਪੂਰੀ ਤਰ੍ਹਾਂ ਕੱਜਿਆ ਤੇ ਢੱਕਿਆ ਹੁੰਦਾ ਹੈ। ਉਸ ਰੁੱਖ ਦੀ ਫਰੀਡਮ, ਉਸ ਰੁੱਖ ਦੀ ਗਰੋਥ, ਉਸ ਰੁੱਖ ਦਾ ਵਾਧਾ ਉਸ ਅਮਰਵੇਲ ਨੇ ਪੂਰੀ ਤਰ੍ਹਾਂ ਨਾਲ ਕੰਟਰੋਲ ਕਰ ਲਿਆ। ਦੂਰੋਂ ਵੇਖਣ ਨੂੰ ਕਈ ਵਾਰ ਰੁੱਖ ਦੀ ਪਛਾਣ ਵੀ ਨਹੀਂ ਆਉਂਦੀ ਵੀ ਰੁੱਖ ਕਾਹਦਾ ਹੈ, ਜੇ ਨਿੱਕਾ ਹੋਵੇ ਤਾਂ। ਬਜ਼ੁਰਗ ਕਿਹਾ ਕਰਦੇ ਸਨ, ਇਹ ਰੁੱਖ ਨੂੰ ਲੱਗਿਆ ਹੋਇਆ ਕੋਹੜ ਹੈ, ਜੰਜਾਲ ਹੈ, ਇਹ ਰੁੱਖ ਦੀ ਆਜ਼ਾਦੀ ਖਾ ਜਾਂਦਾ ਹੈ, ਇਹ ਰੁੱਖ ਦਾ ਖੇੜਾ ਖਾ ਜਾਂਦਾ ਹੈ, ਇਹ ਰੁੱਖ ਦਾ ਵਾਧਾ ਖਾ ਜਾਂਦਾ ਹੈ, ਉਹਨੂੰ ਮੌਲਣ ਨਹੀਂ ਦਿੰਦਾ, ਉਹਨੂੰ ਖਿੜਨ ਨਹੀਂ ਦਿੰਦਾ। ਹੁਣ ਇਸੇ ਤਰ੍ਹਾਂ ਹੀ ਜ਼ਰਾ ਸੋਚੋ, ਜਿਹੜੇ ਮਾੜੇ ਸੰਸਕਾਰ ਨੇ ਉਹ ਅਮਰਵੇਲ ਦੀ ਨਿਆਈ ਨੇ, ਜਿਹੜੇ ਸਾਡੇ ਉੱਤੇ ਛਾ ਜਾਂਦੇ ਨੇ, ਉਹਨਾਂ ਦਾ ਪ੍ਰਭਾਵ ਹੀ ਸਾਡੇ ਉੱਤੇ ਪਿਆ ਰਹਿੰਦਾ ਹੈ। ਸਾਡੀ ਜਿਹੜੀ ਆਪਣੀ ਹੋਂਦ ਹੈ, ਕਹੋ ਕਬੀਰ ਹਮ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ, ਉਹ ਭੁੱਲੀ ਵਿਸਰੀ ਰਹਿੰਦੀ ਹੈ। ਅਸੀਂ ਆਪਣੇ ਬਾਰੇ ਬੇਸਮਝ ਰਹਿੰਦੇ ਹਾਂ, ਅਗਿਆਨੀ ਰਹਿੰਦੇ ਹਾਂ, ਅਸੀਂ ਕੀ ਹਾਂ, ਸਾਰੀ ਜ਼ਿੰਦਗੀ ਅਸੀਂ ਨਹੀਂ ਜਾਣ ਪਾਉਂਦੇ। ਜੀਵਨ ਨੂੰ ਮਾਨਣਾ, ਜੀਵਨ 'ਚ ਖਿੜਾਓ, ਜੀਵਨ 'ਚ ਉਤਸ਼ਾਹ, ਜੀਵਨ ਦੀ ਚੜ੍ਹਦੀ ਕਲਾ, ਜੀਵਨ ਨੂੰ ਡੂੰਘਾਈ ਨਾਲ ਵੇਖਣਾ, ਉਹ ਸਾਰੀਆਂ ਚੀਜ਼ਾਂ ਸਾਡੇ ਅੰਦਰੋਂ ਅਲੋਪ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ, ਵਿਵੇਕ ਬੁੱਧ ਮੁੱਕ ਜਾਂਦੀ ਹੈ। ਉਹ ਮਾੜੇ ਸੰਸਕਾਰ ਉਸ ਅਮਰਵੇਲ ਵਾਂਗ ਸਾਡੇ ਉੱਤੇ ਛਾਏ ਰਹਿੰਦੇ ਨੇ, ਸਾਨੂੰ ਢੱਕੀ ਰੱਖਦੇ ਨੇ, ਸਾਡੇ ਵਜੂਦ ਨੂੰ ਭਰਮਾਂ ਦੇ ਪਰਦਿਆਂ 'ਚ ਲਪੇਟ ਰੱਖਦੇ ਨੇ। ਅਸੀਂ ਅਗਿਆਨਮਈ ਕਰਮ ਕਰਦੇ ਰਹਿੰਦੇ ਹਾਂ। ਸਾਡਾ ਜੀਵਨ, ਜਿਵੇਂ ਭਗਤ ਰਵਿਦਾਸ ਜੀ ਮਹਾਰਾਜ ਨੇ ਆਪਣੇ ਸ਼ਬਦ ਵਿੱਚ ਲਿਖਿਆ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਯਾਰਾ ਪਾਰ ਨਾ ਸੂਝ। ਕਹਿੰਦੇ ਨੇ ਜਿਹੜਾ ਖੂਹ ਦੇ ਵਿੱਚ ਰਹਿਣ ਵਾਲਾ ਡੱਡੂ ਹੈ, ਉਹਦੇ ਵਾਸਤੇ ਸਾਰਾ ਸੰਸਾਰ ਉਹੀ ਹੈ। ਉਸ ਅਗਿਆਨੀ ਨੂੰ ਇਹ ਨਹੀਂ ਪਤਾ ਵੀ ਇਹ ਖੂਹ ਤਾਂ ਇਸ ਧਰਤੀ ਦਾ ਬਹੁਤ ਨਿੱਕਾ ਜਿਹਾ ਹਿੱਸਾ, ਜਿਹੜਾ ਸ਼ਾਇਦ ਨਕਸ਼ੇ 'ਚ ਵੀ ਨਾ ਵਿਖਾਈ ਦੇਵੇ।
ਇਹ ਤਾਂ ਕੱਖ ਵੀ ਨਹੀਂ। ਪਰ ਉਹਦੇ ਵਾਸਤੇ ਉਹਨਾਂ ਕੀ ਸੰਸਾਰ ਹੈ, ਕਿਉਂਕਿ ਉਹ ਜਿੱਥੋਂ ਤੱਕ ਵੇਖਦਾ ਹੈ ਜਿਹੜਾ ਉਹਦਾ ਦਾਇਰਾ ਹੈ। ਭਗਤ ਜੀ ਮਹਾਰਾਜ ਕਹਿੰਦੇ ਐਸੇ ਮੇਰਾ ਮਨ ਵਿਖਿਆ। ਵਿਖਿਆ ਦਾ ਅਰਥ ਹੁੰਦਾ ਹੈ ਜ਼ਹਿਰ, ਵਿਸ਼ਈ ਵਿਚਾਰ, ਜ਼ਹਿਰਮਈ ਆਦਤਾਂ, ਮਾਇਆ ਦਾ ਮੋਹਿਆ। ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਾ ਇਸ਼ਾਰਾ ਪਾਰ ਨਾ। ਮੈਨੂੰ ਆਸੇ ਪਾਸੇ ਦੀ ਕੋਈ ਖਬਰ, ਕੋਈ ਸੁੱਧ ਨਹੀਂ, ਕੋਈ ਗਿਆਨ ਨਹੀਂ, ਕੋਈ ਚੇਤਨਾ ਨਹੀਂ। ਮਨ ਇਵੇਂ ਵਸ ਵਿੱਚ ਹੈ, ਇਵੇਂ ਤੰਗ ਦਿਲੀ ਹੰਢਾ ਰਿਹਾ ਹਾਂ ਮੈਂ, ਇਵੇਂ ਉਲਝਣ ਵਿੱਚ ਫਸਿਆ ਹੋਇਆ। ਉਸ ਤੋਂ ਬਾਹਰ ਦੀ ਜ਼ਿੰਦਗੀ ਦਾ ਮੈਨੂੰ ਇਲਮ ਹੀ ਨਹੀਂ। ਮੈਂ ਆਪਣੇ ਅਗਿਆਨ ਕਾਰਨ ਗੁਣਾਂ ਨੂੰ ਔਗਣ ਸਮਝਦਾ। ਕਿਸੇ 'ਚ ਨਿਮਰਤਾ ਹੋਵੇ ਤਾਂ ਮੈਨੂੰ ਲੱਗਦਾ ਉਹਦੀ ਕਮਜ਼ੋਰੀ ਹੈ, ਕਿਸੇ 'ਚ ਅਣਖ ਗੈਰਤ ਹੋਵੇ ਤਾਂ ਮੈਨੂੰ ਉਹ ਹਉਮੈ ਲੱਗਦੀ ਹੈ, ਕਿਸੇ ਮਨੁੱਖ ਦਾ ਸਬਰ ਸੰਤੋਖ ਮੈਨੂੰ ਉਹਦੀ ਭੁੱਖਮਰੀ ਦੀਦੀ ਹੈ। ਜਾਨੀ ਮੈਨੂੰ ਚੰਗੇ ਗੁਣ ਵੀ ਦੋਸ਼ ਵਾਂਗ ਲੱਗਦੇ ਨੇ ਵੀ ਇਹ ਦੋਸ਼ ਹੈ, ਇਹ ਔਗਣ ਹੈ, ਇਹ ਮਾੜਾ ਆਚਰਣ ਹੈ, ਪਛੜੇਪਨ ਦੀ ਨਿਸ਼ਾਨੀ ਲੱਗਦੀ ਹੈ। ਉਹਦਾ ਕਾਰਨ ਇਹ ਹੈ ਵੀ ਮੈਂ ਜਿਹੜੀ ਜ਼ਿੰਦਗੀ ਜੀ ਰਿਹਾ ਹਾਂ ਉਹਦੇ ਵਿੱਚ ਇਹਨਾਂ ਗੁਣਾਂ ਦਾ ਅਭਾਵ ਹੈ, ਗੁਣ ਹੈ ਹੀ ਨਹੀਂ, ਇਹ ਰਸ ਹੈ ਹੀ ਨਹੀਂ। ਇਸ ਕਰਕੇ ਇਹਨਾਂ ਗੁਣਾਂ ਵਾਲਾ, ਜਿਵੇਂ ਭਗਤ ਬਾਬਾ ਸ਼ੇਖ ਫਰੀਦ ਸਾਹਿਬ ਦਾ ਇੱਕ ਸਲੋਕ, ਉਹ ਕਹਿੰਦੇ ਨੇ ਫਰੀਦਾ ਖਾਕ ਨਾ ਨਿੰਦੀਆ, ਖਾਕੂ ਜੇੜ ਨਾ ਕੋਏ। ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ। ਇਸ ਸਲੋਕ ਦਾ ਬੜਾ ਗਹਿਰਾ ਭਾਵ ਹੈ, ਬੜਾ ਗਹਿਰਾ ਅਰਥ ਹੈ। ਖਾਕ ਮਿੱਟੀ ਨੂੰ ਆਪਾਂ ਕਹਿੰਦੇ ਹਾਂ, ਜਿਹਦਾ ਅੱਖਰੀ ਅਰਥ ਕਰੀਏ ਤਾਂ ਇਹ ਵੀ ਮਿੱਟੀ ਨੂੰ ਨਾ ਨਿੰਦੀਏ। ਮਿੱਟੀ ਵਰਗਾ ਕੋਈ ਨਹੀਂ। ਅਸੀਂ ਜਿਉਂਦੇ ਹਾਂ ਤੇ ਪੈਰਾਂ ਥੱਲੇ ਹੁੰਦੀ ਹੈ, ਮਰ ਜਾਈਦਾ ਤੇ ਕਬਰ ਦੇ ਰੂਪ ਵਿੱਚ ਸਾਡੇ ਨੰਗੇਜ਼ ਨੂੰ, ਦੇਹੀ ਨੂੰ ਆਪਣੇ ਕਲਾਵੇ 'ਚ ਲੈ ਲੈਂਦੀ, ਢੱਕ ਲੈਂਦੀ ਹੈ ਜਦੋਂ ਕਬਰ ਪੁੱਟੀ ਜਾਂਦੀ ਹੈ। ਇਹ ਤਾਂ ਇਹਦਾ ਆਖਰੀ ਅਰਥ, ਪਰ ਇਹਦਾ ਭਾਵ ਅਰਥ ਪਤਾ ਕੀ ਹੈ? ਖਾਕ ਨਿਰਮਾਣਤਾ ਨੂੰ ਕਹਿੰਦੇ ਨੇ। ਬਾਣੀ ਵਿੱਚ ਖਾਕ ਨਿਮਰਤਾ ਔਰ ਨਿਰਮਾਣਤਾ ਦੀ ਸੂਚਨਾ ਦੇਣ ਦਾ ਸ਼ਬਦ ਹੈ। ਕਹਿੰਦੇ ਹੰਕਾਰ ਵਸ ਨਿਰਮਾਣਤਾ ਨੂੰ, ਨਿਮਰਤਾ ਨੂੰ ਮਾੜਾ ਨਾ ਕਹੀਏ, ਇਹਨੂੰ ਕਮਜ਼ੋਰੀ ਨਾ ਸਮਝੀਏ। ਇਹ ਗੁਣ ਤਾਂ ਆਤਮਿਕ ਬਲ ਦੀ ਨਿਸ਼ਾਨੀ ਹੈ, ਨਾ ਕਿ ਕਮਜ਼ੋਰੀ ਦੀ ਨਿਸ਼ਾਨੀ। ਤੋ ਸਾਹਿਬ ਕਹਿੰਦੇ ਨੇ ਖਾਕੂ ਜੇੜ ਨਾ ਕੋਈ। ਇਸ ਗੁਣ ਵਰਗਾ ਕੋਈ ਗੁਣ ਨਹੀਂ ਸੰਸਾਰ ਦੇ ਅੰਦਰ। ਜੀਵਨ ਦੇ ਜਿੰਨਾ ਚਿਰ ਅਸੀਂ ਹਉਂ ਵਿੱਚ ਜਿਉਂਦੇ ਹਾਂ, ਸਾਨੂੰ ਲੱਗਦਾ ਨਿਮਰਤਾ ਨਿਰਮਾਣਤਾ ਤਾਂ ਪੈਰਾਂ ਦੀ ਮਿੱਟੀ, ਇਹਦੀ ਕੋਈ ਵੈਲਿਊ ਨਹੀਂ, ਇਹਦੀ ਕੋਈ ਲੋੜ ਨਹੀਂ, ਇਹ ਸੰਸਾਰ 'ਚ ਕੰਮ ਨਹੀਂ ਕਰ ਸਕਦੀ, ਇਹਦੇ 'ਚੋਂ ਕੀ ਲੱਭਣਾ ਹੈ। ਮੋਇਆ ਜਦੋਂ ਅਸੀਂ ਅੱਗੇ ਹੰਕਾਰ ਵਾਲੀ ਜ਼ਿੰਦਗੀ ਛੱਡ ਦਈਏ, ਸ਼ਬਦ ਮਰੋ, ਇਸ ਪੌੜੀ 'ਤੇ ਪੈਰ ਧਰ ਲਈਏ ਉੱਪਰ ਹੋਏ, ਫਿਰ ਸਾਨੂੰ ਲੱਗਦਾ ਵੀ ਨਹੀਂ, ਇਹਦੋਂ ਉੱਤੇ ਜੀਵਨ ਕੋਈ ਨਹੀਂ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੈਂ ਕਈ ਵਾਰ ਉਦਾਹਰਣ ਦਿੱਤੀ ਹੈ। ਭਾਈ ਮੱਖਣ ਸ਼ਾਹ ਜੀ ਨੇ ਮਹਾਰਾਜ ਨੂੰ ਬਿਨੈ ਕੀਤੀ, ਸਤਿਗੁਰੂ ਤੁਸੀਂ ਬਾਬਾ ਧੀਰਮਲ ਨੂੰ ਬਖਸ਼ ਰਹੇ ਹੋ, ਸ਼ੀਏ ਮਸੰਦ ਨੂੰ ਤੁਸੀਂ ਛੱਡ ਰਹੇ ਹੋ, ਇਹਨਾਂ ਨੇ ਤੁਹਾਡੇ ਤੇ ਗੋਲੀ ਚਲਾਈ ਹੈ, ਸ਼ੀਏ ਮਸੰਦ ਨੇ, ਤੁਸੀਂ ਆਖਿਆ ਇਹਨੂੰ ਛੱਡ ਦਿਓ। ਪਰ ਮਹਾਰਾਜ ਇਹ ਤਾਂ ਇਹਨਾਂ ਦੇ ਹੌਸਲੇ ਹੋਰ ਬੁਲੰਦ ਕਰਨ ਵਾਲੀ ਗੱਲ ਹੋਏਗੀ। ਇੱਕ ਤਾਂ ਇਹਨਾਂ ਗੁਨਾਹ ਕੀਤਾ, ਦੂਜਾ ਇਹਨਾਂ ਨੂੰ ਅਸੀਂ ਛੱਡ ਦਈਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਉਪਦੇਸ਼ ਸੀ, ਕਹਿਣ ਲੱਗੇ ਛੱਡ ਦਿਓ, ਇਹਨਾਂ ਨੂੰ ਜਾਣ ਦਿਓ, ਜਿਹੜੀਆਂ ਚੀਜ਼ਾਂ ਲੈ ਕੇ ਗਏ ਸਾਨੂੰ ਇਹਨਾਂ ਨੂੰ ਵਾਪਸ ਕਰ ਦਿਓ, ਕੋਈ ਗੱਲ ਨਹੀਂ, ਭਾਵੇਂ ਉਹ ਇਹਨਾਂ ਦੀਆਂ ਨਹੀਂ ਪਰ ਦੇ ਦਿਓ, ਜਿਨ੍ਹਾਂ ਚੀਜ਼ਾਂ ਖਾਤਰੇ ਆਏ ਸਨ। ਹਜ਼ੂਰ ਸੱਚੇ ਪਾਤਸ਼ਾਹ ਦੇ ਇਸ ਦੂਰ ਅੰਦੇਸ਼ੀ ਫੈਸਲੇ ਦਾ ਅਸਰ ਇਤਿਹਾਸ ਵਿੱਚ ਬਹੁਤ ਵੱਡਾ ਹੋਇਆ, ਪਰ ਜਿਹੜੀ ਸਮਝਣ ਵਾਲੀ ਇਹਦੇ ਵਿੱਚੋਂ, ਇਸ ਘਟਨਾ ਦੇ ਵਿੱਚੋਂ ਗੱਲ ਹੈ ਜਾਂ ਨੁਕਤਾ ਹੈ ਜਾਂ ਖਿਆਲ ਹੈ, ਤੱਤ ਸਾਰ ਹੈ, ਉਹ ਇਹ ਹੈ ਵੀ ਮਹਾਰਾਜ ਨੇ ਆਪਣੀ ਖਿਮਾ ਦੀ, ਗਰੀਬੀ ਦੀ, ਨਿਰਮਾਣਤਾ ਔਰ ਨਿਮਰਤਾ ਦੀ, ਹਲੇਮੀ ਦੀ ਕਾਟ ਦੇ ਨਾਲ, ਇਸ ਅਦੁੱਤੀ ਗੁਣਾਂ ਦੇ ਪ੍ਰਭਾਵ ਦੇ ਨਾਲ ਇੱਕ ਹਉਂ ਗ੍ਰਸਤ ਖਿਜੇ ਹੋਏ ਧੜੇ ਨੂੰ ਪੂਰੀ ਤਰ੍ਹਾਂ ਮਹਾਰਾਜ ਨੇ ਜਿੱਤ ਲਿਆ।
ਹਜ਼ੂਰ ਉਸ ਸਾਰੇ ਘਟਨਾਕ੍ਰਮ ਵਿੱਚ ਜੇਤੂ ਰਹੇ। ਜਿੱਤਿਆ ਇਕੱਲਾ ਕਿਸੇ ਸ਼ਸਤਰ ਨਾਲ ਹੀ ਨਹੀਂ ਜਾਂਦਾ, ਵੀ ਦੂਜੇ ਨੂੰ ਫਿਜ਼ੀਕਲੀ ਮਾਰ ਕੇ, ਕੁੱਟ ਕੇ, ਦਬਾ ਕੇ ਜਾਂ ਕਿਸੇ ਦਾ ਨੁਕਸਾਨ ਕਰਕੇ ਉਹਨੂੰ ਹਰਾਇਆ ਜਾਂਦਾ ਹੈ, ਆਪ ਜੇਤੂ ਹੋਇਆ ਜਾਂਦਾ ਨਹੀਂ। ਜਿੱਤਿਆ ਅਮਲ ਨਾਲ ਵੀ ਜਾਂਦਾ ਹੈ। ਆਪਣੇ ਅਮਲ ਨੂੰ ਨੀਵਾਂ ਨਾ ਹੋਣ ਦੇਵਣ, ਦੂਜੇ ਦੇ ਪੱਧਰ ਤੇ ਨਾ ਜਾਣ ਦੇਣਾ, ਇਹ ਵੀ ਜਿੱਤ ਹੁੰਦੀ ਹੈ। ਆਪਣੇ ਅਮਲ ਨੂੰ ਪਾਕ ਰੱਖਣਾ, ਸਾਫ਼ ਰੱਖਣਾ, ਉੱਤਮ ਰੱਖਣਾ, ਚਿੱਕੜ ਦੇ ਛਿੱਟੇ ਆਪਣੇ ਦਾਮਨ ਤੇ ਨਾ ਪੈਣ ਦੇਣੇ, ਇਹ ਵੀ ਜਿੱਤ ਹੈ। ਸਾਹਿਬ ਸਤਿਗੁਰੂ ਇਹਨਾਂ ਬੰਧਨਾਂ ਤੋਂ ਮੁਕਤੀ ਨੂੰ ਹੀ ਜੀਵਨ ਮੁਕਤੀ ਕਹਿੰਦੇ ਨੇ। ਤੋ ਸਾਹਿਬ ਜੀ ਦਾ ਇਹ ਪਾਵਨ ਵਾਕ ਹੈ, ਬਾਬਾ ਕਬੀਰ ਸਾਹਿਬ ਜੀ ਦਾ। ਸਾਰੇ ਸ਼ਬਦ ਵਿੱਚ ਉਹਨਾਂ ਨੇ ਤਥਾ ਕਥਿਤ ਮੁਕਤੀ ਨੂੰ ਨਕਾਰਿਆ ਔਰ ਸੱਚੀ ਮੁਕਤੀ ਦੀ ਵਿਚਾਰ ਦਿੱਤੀ ਹੈ। ਸਾਹਿਬ ਜੀ ਕਹਿੰਦੇ ਨੇ, ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ। ਇਹ ਮੇਰੇ ਪਰਮੇਸ਼ਰ ਜੀ, ਲੋਕ ਕਹਿੰਦੇ ਨੇ ਸਰੀਰ ਚੋਂ ਪ੍ਰਾਣ ਨਿਕਲਣ ਮਗਰੋਂ ਕੁਝ ਕਿਰਿਆਵਾਂ ਕਰੋ, ਜੀ ਮੁਕਤ ਹੋ ਜਾਂਦਾ ਹੈ। ਮੈਂ ਹੀ ਮੇਰੇ ਮਾਲਕ ਵਾਹਿਗੁਰੂ ਤੁਹਾਨੂੰ ਪੁੱਛਦਾ ਹਾਂ, ਭਲਾ ਸਰੀਰ ਚੋਂ ਪ੍ਰਾਣ ਨਿਕਲਣ ਤੋਂ ਬਾਅਦ ਤੁਸੀਂ ਮੈਨੂੰ ਕਾਹਦੇ ਤੋਂ ਤਾਰੋਗੇ ਤੇ ਕਿੱਥੇ ਲੈ ਕੇ ਜਾਓਗੇ? ਉਹ ਜਿਹੜੀ ਮੁਕਤੀ ਮੈਨੂੰ ਕਿੱਥੇ ਲੈ ਕੇ ਜਾਏਗੀ? ਉਹਦਾ ਕੋਈ ਥੋ, ਕੋਈ ਟਿਕਾਣਾ, ਕੋਈ ਪਤਾ, ਕੋਈ ਪ੍ਰਾਪਤੀ? ਸੋਧੋਂ ਮੁਕਤ ਕਹਾਂ ਦਿਓ ਕੈਸੀ? ਮੈਂ ਪੁੱਛਦਾ ਹਾਂ, ਮੈਂ ਜਾਣਨਾ ਚਾਹੁੰਦਾ ਹਾਂ, ਕਿੱਥੇ ਦਿਓਗੇ ਉਹ ਮੁਕਤੀ ਤੇ ਉਹ ਕਿਹੋ ਜਿਹੀ ਹੋਏਗੀ? ਕਰ ਪ੍ਰਸਾਦ ਮੋਹਿ ਪਾਈ ਹੈ। ਪਰ ਹੇ ਮੇਰੇ ਮਾਲਕ ਵਾਹਿਗੁਰੂ ਜੀ, ਮੈਂ ਤਾਂ ਵੈਸੇ ਵੀ ਇਹ ਮੁਕਤੀ ਹਾਸਲ ਕਰ ਲਈ ਹੈ। ਤੁਹਾਡੀ ਕਿਰਪਾ ਹੀ ਮੇਰੀ ਮੁਕਤੀ ਹੈ, ਤੁਹਾਡੀ ਬਖਸ਼ਿਸ਼ ਹੀ ਮੇਰੀ ਮੁਕਤੀ ਹੈ। ਤੁਹਾਡੇ ਨਾਲ ਸਾਂਝ, ਤੁਹਾਡੇ ਨਾਮ ਦੀ ਦਾਤ ਤੇ ਤੁਹਾਡੇ ਹੋਣ ਦਾ ਅਹਿਸਾਸ ਜਿਹੜਾ ਹੈ, ਉਹੀ ਮੇਰੀ ਮੁਕਤੀ ਹੈ, ਜਿਹਨੂੰ ਪ੍ਰੀਤ ਚਰਨ ਕਮਲਾਰੇ ਲਿਖਿਆ ਬਾਣੀ 'ਚ। ਮੈਨੂੰ ਹੋਰ ਕਿਸੇ ਮੁਕਤੀ ਦੀ ਤਮੰਨਾ ਹੀ ਨਹੀਂ। ਤੇ ਰੰਭ ਦੇ ਵਾਕ ਵਿੱਚ ਕਿਹਾ, ਜੋ ਤੁਮ ਮੋਕੋ ਦੂਰ ਕਰਤ ਹੋ, ਤੋ ਤੁਮ ਮੁਕਤ ਬਤਾਵੋ। ਇਹ ਮੇਰੇ ਪਰਮੇਸ਼ਰ ਜੀ, ਜੇ ਤੁਸੀਂ ਭਲਾ ਮੈਨੂੰ ਆਪਣੇ ਚਰਨਾਂ ਨਾਲ ਵਿਛੋੜ ਦਿਓ, ਦੂਰ ਕਰ ਦਿਓ, ਮੇਰੀ ਤੁਹਾਡੇ ਨਾਲੋਂ ਦੂਰੀ ਬਣ ਜਾਏ, ਤੁਹਾਡੇ ਨਾਲੋਂ ਸਾਂਝ ਟੁੱਟ ਜਾਏ, ਤੁਹਾਡੀ ਯਾਦ, ਤੁਹਾਡਾ ਚੇਤਾ, ਮੇਰਾ ਚਿੰਤਨ ਤੁਹਾਡੇ ਨਾਮ ਵਿੱਚ ਨਾ ਹੋਵੇ, ਤਾਂ ਤੁਸੀਂ ਦੱਸੋ ਤੇ ਸਹੀ ਕਿ ਮੈਨੂੰ ਫਿਰ ਇਹਦੋਂ ਤੁਹਾਡੇ ਤੋਂ ਵਿਛੜ ਕੇ ਜਿਹੜਾ ਮੈਂ ਜੀਵਨ ਜੀਣਾ ਹੈ, ਉਹਦੇ ਵਾਸਤੇ ਮੁਕਤੀ ਦਾ ਕੋਈ ਅਰਥ ਰਹਿ ਜਾਂਦਾ ਹੈ? ਭਾਵ ਇਹ ਹੈ ਕਿ ਤੁਹਾਡੀ ਯਾਦ ਵਿੱਚ ਜੁੜੇ ਰਹਿਣਾ ਹੀ ਮੁਕਤੀ ਹੈ। ਤੁਹਾਡੇ ਤੋਂ ਵਿਛੜ ਕੇ ਜਿਹੜੀਆਂ ਮਰਨ ਮੁਕਤੀ ਦੀਆਂ ਗੱਲਾਂ ਨੇ ਤਾਂ ਥੋਥੀਆਂ ਨੇ, ਹਾਸੋ ਹੀ ਨੀਆਂ ਨੇ। ਏਕ ਅਨੇਕ ਹੋਏ ਰਹਿਓ ਸਗਲ ਮੈਂ, ਅਬ ਕੈਸੇ ਭਰਮਾਓ। ਹੁਣ ਮੈਨੂੰ ਕੋਈ ਭਰਮਾ ਨਹੀਂ ਸਕਦਾ, ਭੁਲੇਖੇ 'ਚ ਨਹੀਂ ਪਾ ਸਕਦਾ, ਕਿਉਂਕਿ ਮੈਂ ਇਸ ਗੱਲ ਨੂੰ ਸਮਝ ਲਿਆ, ਜਾਣ ਲਿਆ, ਇਸ ਤੱਤ ਨਿਚੋੜ ਨੂੰ ਹਾਸਲ ਕਰ ਲਿਆ ਕਿ ਇੱਕ ਬ੍ਰਹਮ, ਇੱਕ ਸੱਤਾ, ਇੱਕ ਪਰਮੇਸ਼ਰ ਅਨੇਕ ਭਾਂਤੀ ਕੁਦਰਤੀ ਪਸਾਰੇ ਦੇ ਵਿੱਚ ਵਿਦਮਾਨ ਹੈ। ਏਕ ਹੀ ਏਕ ਅਨੇਕ ਹੋਏ ਬਿਸਥਰਿਓ, ਆਨ ਰਿਆਨ ਭਰਪੂਰ ਸੋ। ਇੱਕੋ ਹੀ ਬ੍ਰਹਮ ਚੇਤਨ ਸੱਤਾ ਅਨੇਕ ਪ੍ਰਕਾਰ ਦੇ ਜਗਤ ਪਸਾਰੇ ਦੇ ਵਿੱਚ ਵਿਦਮਾਨ ਹੈ, ਵਸੀ ਹੋਈ ਹੈ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ। ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਬਿਰਲਾ ਬੂਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸ਼ਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਤੋ ਕਹਿੰਦੇ ਨੇ ਹੁਣ ਮੈਨੂੰ ਕੋਈ, ਕਬੀਰ ਜੀ ਮਹਾਰਾਜ ਕਹਿੰਦੇ ਹੁਣ ਮੈਨੂੰ ਕੋਈ ਭਰਮਾ ਨਹੀਂ ਸਕਦਾ, ਭੁਲੇਖੇ 'ਚ ਨਹੀਂ ਪਾ ਸਕਦਾ, ਕਿਉਂਕਿ ਮੈਂ ਅਨੇਕ ਭਾਂਤੀ ਜਗਤ ਪਸਾਰੇ ਦੇ ਵਿੱਚ ਵੀ ਕੇਵਲ ਇੱਕ ਜੋਤ ਨੂੰ, ਇੱਕ ਪਰਮੇਸ਼ਰ ਦੀ ਸੱਤਾ ਨੂੰ ਮਹਿਸੂਸ ਕਰਦਾ। ਫਿਰ ਫਰਮਾਉਂਦੇ ਨੇ, ਤਾਰਨ ਤਰਨ ਤਬੈ ਲਗ ਕਹੀ ਹੈ। ਤਾਰਨ ਦਾ ਅਰਥ ਹੁੰਦਾ ਹੈ
ਤਾਰ ਦੇਣ ਵਾਲਾ ਸਾਧਨ, ਤੇ ਤਰਨ ਦਾ ਮਤਲਬ ਹੁੰਦਾ ਤਰਨ ਵਾਲੀ ਚੀਜ਼। ਜੋ ਤਰਨਾ ਚਾਹੁੰਦੀ ਹੈ, ਪਾਰ ਉਤਰਨਾ ਚਾਹੁੰਦੀ ਹੈ, ਤੇ ਇੱਕ ਹੈ ਸਾਧਨ। ਦੋ ਚੀਜ਼ਾਂ ਹੋ ਗਈਆਂ ਵੀ ਇੱਕ ਬੰਦਾ ਨਦੀ ਦੇ ਕੰਢੇ 'ਤੇ ਘਾਟ 'ਤੇ ਖੜ੍ਹਾ, ਦਰਿਆ ਦੇ ਕੰਢੇ ਖੜ੍ਹਾ, ਉਹ ਪਾਰ ਜਾਣਾ ਚਾਹੁੰਦਾ, ਤੇ ਪਾਰ ਜਾਣ ਦਾ ਸਾਧਨ ਬੇੜੀ ਹੈ। ਬੇੜੀ ਤੇ ਉਹ ਮਨੁੱਖ, ਇੱਕ ਹੋ ਗਈ ਤਾਰਨ ਵਾਲੀ ਤੇ ਇੱਕ ਹੋ ਗਿਆ ਤਰਨ ਵਾਲਾ। ਤਾਰਨ ਤਰਨ ਤਬੈ ਲ ਕਹੀ ਹੈ। ਕਹਿੰਦੇ ਲੋਕ ਕਹਿੰਦੇ ਨੇ ਵੀ ਜਿਸ ਵੇਲੇ ਸਰੀਰ 'ਚੋਂ ਪ੍ਰਾਣ ਨਿਕਲਣ ਆਪਾਂ ਆਤਮਾ ਨੇ ਮੁਕਤ ਹੋਣਾ, ਆਤਮਾ ਤਰਨ ਵਾਲੀ ਹੋ ਗਈ, ਤੇ ਤਾਰਨ ਦੇ ਸਾਧਨ ਪੁਜਾਰੀ ਦੱਸਦੇ ਨੇ। ਤਬੈ ਲੱਗ, ਇਹ ਗੱਲਾਂ ਉਦੋਂ ਤੱਕ ਨੇ, ਲੋਕਾਂ ਨੂੰ ਭਾਉਂਦੀਆਂ ਨੇ, ਲੋਕ ਕਰਦੇ ਨੇ, ਬਲੀਵ ਕਰਦੇ, ਯਕੀਨ ਕਰਦੇ, ਇਹ ਸਾਰੇ ਕਿਰਿਆ ਕਰਮ ਕਰਦੇ ਨੇ ਸਾਰੇ, ਪਰ ਤਬੈ ਲੱਗ ਓਨਾ ਚਿਰ ਹੈ ਇਹ ਸਾਰਾ ਕੁਝ ਸੱਚ ਭਾਸਦਾ ਹੈ। ਜਬ ਲਗ ਤਤ ਨਾ ਜਾਣਿਆ, ਜਿੰਨਾ ਚਿਰ ਤਤ ਦਾ ਭਾਵ ਹੈ ਨਿਚੋੜ, ਅਸੀਂ ਪਰਮੇਸ਼ਰ ਨਾਲ ਸਾਂਝ ਨਹੀਂ ਨਾ ਬਣਾਈ, ਉਹਨਾਂ ਚਿਰ ਇਹ ਕਰਮਕਾਂਡੀ ਭੁਲੇਖਿਆਂ ਵਾਲੀਆਂ ਸਾਰੀਆਂ ਗੱਲਾਂ ਤੇ ਇਹ ਸਾਰੇ ਕਰਮਕਾਂਡ ਸੱਚੇ ਤੇ ਚੰਗੇ ਲੱਗਦੇ ਨੇ, ਲੁਭਾਉਣੇ ਲੱਗਦੇ ਨੇ, ਪਰ ਜਦੋਂ ਤਤ ਪਰਮੇਸ਼ਰ ਦੇ ਨਾਲ ਸਾਂਝ ਬਣ ਜਾਏ ਆਤਮਿਕ ਤੌਰ ਤੇ, ਫਿਰ ਇਹ ਸਾਰੇ ਕਰਮਕਾਂਡ ਥੋਥੇ ਲੱਗਦੇ ਨੇ, ਫਿਰ ਇਹਨਾਂ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਅਬ ਤੋ ਬਿਮਲ ਭਏ ਘਟ ਹੀ ਮੈਂ, ਅਬ ਤੋ ਦਾ ਮਤਲਬ ਹੈ ਹੁਣ ਤਾਂ। ਕਬੀਰ ਜੀ ਮਹਾਰਾਜ ਆਪਣੇ ਬਾਰੇ ਦੱਸਦੇ, ਕਹਿੰਦੇ ਹੁਣ ਤਾਂ ਇਹ ਬਖਸ਼ਿਸ਼ ਹੋਈ ਹੈ। ਬਿਮਲ ਭਏ ਘਟ, ਬਿਮਲ ਦਾ ਮਤਲਬ ਹੁੰਦਾ ਮੈਲ ਤੋਂ ਰਹਿਤ, ਪਾਕ, ਪਵਿੱਤਰ, ਸ਼ੁੱਧ, ਸਾਫ। ਕਿਹੜੀ ਚੀਜ਼ ਤੋਂ? ਮੈਲ ਤੋਂ। ਮੈਲ ਕਾਹਦੀ ਹੈ? ਔਗਣ, ਵਾਸ਼ਨਾ, ਵਿਕਾਰ, ਭੈੜੇ ਫੁਰਨ, ਇਹ ਸਭ ਮੈਲ ਹੈ। ਇਹਨਾਂ ਤੋਂ ਹੁਣ ਸਾਫ, ਘਟ ਪਦਾਰਥ ਹੈ ਹਿਰਦਾ, ਹੁਣ ਤਾਂ ਹਿਰਦਾ ਕਰਕੇ ਪਾਕ ਹੋ ਗਏ ਹਾਂ, ਪਵਿੱਤਰ ਹੋ ਗਏ ਹਾਂ, ਸ਼ੁੱਧ ਹੋ ਗਏ ਹਾਂ, ਨਿਰਮਲ ਹੋ ਗਏ ਹਾਂ। ਅਬ ਤੋ ਬਿਮਲ ਭਏ ਘਟ ਹੀ ਮੈਂ, ਕਹਿ ਕਬੀਰ ਮਨ ਮਾਨਿਆ। ਇਹ ਕਬੀਰ ਆਖ, ਹੁਣ ਤਾਂ ਮਨ ਮਾਨਿਆ ਦਾ ਮਤਲਬ ਹੁੰਦਾ ਹੈ ਪਤੀਜ ਗਿਆ ਹੈ, ਮਨ ਭਿੱਜ ਗਿਆ ਹੈ। ਮਨ ਜਦੋਂ ਸੱਚ ਨੂੰ ਪ੍ਰਵਾਨ ਕਰ ਲੈਂਦਾ ਉਹਨੂੰ ਮੰਨਿਆ ਕਹਿੰਦੇ ਨੇ। ਮੰਨਣ ਦਾ ਮਤਲਬ ਹੀ ਹੁੰਦਾ ਸਹਿਮਤ ਹੋਣਾ, ਰਾਜੀ ਹੋਣਾ, ਕਬੂਲ ਕਰ ਲੈਣਾ, ਪ੍ਰਵਾਨ ਕਰ ਲੈਣਾ। ਜਦੋਂ ਮਨ ਉਸ ਪਰਮੇਸ਼ਰ ਵਾਹਿਗੁਰੂ ਦੀ ਸੱਤਾ ਵਿੱਚ ਪਤੀਜ ਗਿਆ, ਮੰਨ ਗਿਆ ਵੀ ਮਨ ਨੇ ਪ੍ਰਵਾਨ ਕਰ ਲਿਆ ਉਸ ਵਾਹਿਗੁਰੂ ਦੇ ਗੁਣਾਂ ਨੂੰ, ਤਾਂ ਮਨ ਘਟ ਹਿਰਦਾ ਪਾਵਨ ਹੋ ਗਿਆ, ਪਵਿੱਤਰ ਹੋ ਗਿਆ। ਸਾਹਿਬ ਕਿਰਪਾ ਕਰਨ। ਸੋ ਨਿਰਮਲ, ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰੇ ਮਨ ਭਾਵੈ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਪਾਵਨ ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।